ਗੁੱਡ ਈਵਨਿੰਗ ਜੀ। ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ YouTube ਚੈਨਲ RH ਸਟੱਡੀ ਦੇ ਵਿੱਚ। ਆਪਣੇ ਕਲਾਸਿਸ ਸੀ ਜਿਹੜੀ ਹਿਸਟਰੀ ਦੀ ਸਿਲੇਬਸ ਦੀਆਂ ਚੱਲ ਰਹੀਆਂ ਸੀ, ਜਿਸ ਦੇ ਵਿੱਚ ਜਿਹੜੇ ਸਿਲੇਬਸ ਆ PS ਟੈਟ ਵਾਸਤੇ ਵੀ ਤੁਹਾਨੂੰ ਜ਼ਰੂਰੀ ਹੈ, ਉਸ ਵਾਸਤੇ ਵੀ ਬੈਨੀਫਿਟ ਹੈ ਜੀ ਇਸ ਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਇੰਡੀਆ ਲੈਵਲ ਦੀ, ਤਾਂ ਹਰ ਇੱਕ ਐਗਜ਼ਾਮ ਦੇ ਵਿੱਚ ਜਿਹੜੀ ਹਿਸਟਰੀ ਹੈ ਉਹ ਤਕਰੀਬਨ ਪੁੱਛੀ ਹੀ ਜਾਂਦੀ ਹੈ। ਜੇਕਰ ਕੋਈ ਬੱਚਾ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਿਹਾ ਉਸ ਵਾਸਤੇ ਵੀ ਇਹ ਜ਼ਰੂਰੀ ਹੈ, PS ਟੈਟ ਵਾਸਤੇ ਵੀ, ਠੀਕ ਹੈ ਜੀ। ਅਤੇ ਜੇਕਰ ਕੋਈ ਅੱਗੇ ਜਿਹੜਾ UGC ਨੈਟ ਦਾ ਕੋਈ ਹਿਸਟਰੀ ਦਾ ਐਗਜ਼ਾਮ ਦੇਣਾ ਚਾਹੁੰਦਾ ਉਸ ਦੇ ਵਿੱਚ ਵੀ ਬੈਨੀਫਿਟ ਹੈ। ਸੋ ਆਓ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਨੈਕਸਟ ਵੀਡੀਓ। ਕੱਲ੍ਹ ਜਿਹੜਾ ਆਪਾਂ ਇੱਕ ਟੌਪਿਕ ਪੜ੍ਹਿਆ ਸੀਗਾ, ਜਿਸ ਦੇ ਵਿੱਚ ਆਪਾਂ ਪੜ੍ਹਿਆ ਸੀ ਕਾਂਗਰਸ ਦੇ ਬਾਰੇ, ਜਿਸ ਦੀ ਸਥਾਪਨਾ ਹੋਈ ਸੀ 1885 ਦੇ ਵਿੱਚ। ਕੱਲ੍ਹ ਆਪਾਂ ਪੜ੍ਹ ਚੁੱਕੇ ਹਾਂ ਸਭ ਚੀਜ਼ ਦੇ ਬਾਰੇ। ਏ.ਓ. ਹਿਊਮ ਅਤੇ ਜਿਹੜੇ ਭਾਰਤ ਦੇ ਜਿਹੜੇ ਨੇਤਾ ਹੋਏ ਨੇਗੇ, ਉਹਨਾਂ ਦੇ ਦੁਆਰਾ ਜਿਹੜੀ ਮਿਲ ਕੇ ਅਤੇ ਬ੍ਰਿਟਿਸ਼ ਸਰਕਾਰ ਦੇ ਦੁਆਰਾ ਮਿਲ ਕੇ ਕੀ ਕੀਤੀ ਗਈ ਸੀ, ਕਾਂਗਰਸ ਦੀ ਜਿਹੜੀ ਸਥਾਪਨਾ ਉਹ ਕੀਤੀ ਗਈ ਸੀ। ਕਿਉਂਕਿ ਜਿਹੜੇ ਏ.ਓ. ਹਿਊਮ ਸੀ ਉਹ ਇੱਕ ਅੰਗਰੇਜ਼ ਅਧਿਕਾਰੀ ਸੀ। ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਜਿਹੜੇ ਚੈਨਲ ਦੇ ਉੱਪਰ ਨਵੇਂ ਬੱਚੇ ਵਿਜ਼ਿਟ ਕਰ ਰਹੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਸ ਤੋਂ ਇਲਾਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਪਹਿਲਾਂ ਪਿੱਛੇ ਕਲਾਸਾਂ ਬਣ ਚੁੱਕੀਆਂ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ, ਤਾਂ ਕਿ ਜਿਹੜੀ ਅੱਜ ਦੀ ਕਲਾਸ ਦਾ ਲਿੰਕ ਹੈ ਤੁਹਾਡੇ ਨਾਲ ਉਹ ਜੁੜਦਾ ਰਹੇ। ਕਿਉਂਕਿ ਜਿਹੜੀ ਤੁਸੀਂ 1885 ਵਾਲੀ ਕਲਾਸ ਪਹਿਲਾਂ ਦੇਖੋਗੇ ਕਾਂਗਰਸ ਵਾਲੀ, ਉਸ ਤੋਂ ਬਾਅਦ ਹੀ ਇਹ ਕਲਾਸ ਦੇਖਣ ਦਾ ਤੁਹਾਨੂੰ ਫਾਇਦਾ, ਕਿਉਂਕਿ ਨਾਲ ਦੀ ਨਾਲ ਇਹ ਲਿੰਕ ਕੜੀਆਂ ਜੁੜਦੀਆਂ ਜਾਣਗੀਆਂ। ਜਿਹੜੀ ਹੁਣ ਆਪਾਂ ਇਹ ਸਿਲੇਬਸ ਸਟਾਰਟ ਕੀਤਾ ਨਾ, ਸਭ ਤੋਂ ਪਹਿਲਾਂ 1885 ਵਾਲੀ ਕਲਾਸ ਆਊਗੀ, ਉਸ ਤੋਂ ਬਾਅਦ ਇਹ ਆਊਗੀ। ਹੁਣ ਟਰਨ ਬਾਏ ਟਰਨ ਜਿਵੇਂ ਕਲਾਸਾਂ ਚੱਲਣਗੀਆਂ, ਇੱਕ ਸੀਰੀਜ਼ ਚੱਲੂਗੀ ਇਸ ਦੀ, ਠੀਕ ਹੈ ਜੀ। ਸੋ ਇਹਨਾਂ ਨੂੰ ਲਗਾਤਾਰ ਹੀ ਦੇਖਣ ਦਾ ਫਾਇਦਾ ਇਹ ਨਹੀਂ ਹੈਗਾ ਕਿ ਕਿਹੜੀ ਕਲਾਸ ਕਿੱਥੋਂ ਚੱਕ ਕੇ ਦੇਖ ਲਈ, ਕਿਹੜੀ ਕਿੱਥੋਂ। ਸੋ ਆਓ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ। ਜਿਹੜਾ ਅੱਜ ਦਾ ਆਪਣਾ ਟੌਪਿਕ ਆ ਉਹ ਹੈ ਰਾਸ਼ਟਰੀ ਅੰਦੋਲਨ। ਰਾਸ਼ਟਰੀ ਅੰਦੋਲਨ 1905 ਤੋਂ ਲੈ ਕੇ 1918 ਤੱਕ। ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਕੱਲ੍ਹ ਨੂੰ ਪੜ੍ਹਾਂਗੇ 1905, ਭਾਵ ਬੰਗਾਲ ਵੰਡ ਬਾਰੇ, ਜਾਂ ਬੰਗ ਭੰਗ ਅੰਦੋਲਨ। ਬੰਗ ਭੰਗ ਅੰਦੋਲਨ ਵੀ ਕਿਸੇ ਨੂੰ ਬੋਲਿਆ ਜਾਂਦਾ ਹੈਗਾ। ਬੰਗ ਭਾਵ ਬੰਗਾਲ, ਭੰਗ ਭਾਵ ਅੰਦੋਲਨ, ਜਾਂ ਕਹਿ ਲਓ ਭੰਗ ਕਰਨਾ, ਬੰਗਾਲ ਨੂੰ ਭੰਗ ਕਰਨਾ। ਜਦੋਂ ਬੰਗਾਲ ਦਾ ਭਾਵ ਇਹਨਾਂ ਦੇ ਆਪਸ ਦੇ ਵਿੱਚ ਕੀ ਕੀਤੇ ਗਏ ਸੀ, ਦੋ ਟੋਟੇ ਕੀਤੇ ਗਏ ਸੀ। ਸੋ ਆਓ ਸਟਾਰਟ ਕਰਦੇ ਹਾਂ ਆਪਣੇ ਦੀ ਕਲਾਸ। ਦੇਖੋ, ਸਭ ਤੋਂ ਪਹਿਲਾਂ ਬੰਗਾਲ ਦੀ ਵੰਡ। ਬੰਗਾਲ ਦੇ ਵਿੱਚੋਂ ਕਹਿੰਦੇ ਰਾਸ਼ਟਰੀ ਚੇਤਨਾ ਨੂੰ ਖਤਮ ਕਰਨ ਦੇ ਲਈ ਲਾਰਡ ਕਰਜ਼ਨ ਨੇ 1905 ਦੇ ਵਿੱਚ ਬੰਗਾਲ ਦੀ ਜਿਹੜੀ ਵੰਡ ਕਰ ਦਿੱਤੀ ਗਈ ਸੀ। ਹੁਣ ਦੇਖੋ, ਸਭ ਤੋਂ ਪਹਿਲਾਂ ਜਿਹੜੀ ਰਾਸ਼ਟਰੀ ਚੇਤਨਾ ਦਾ ਵਿਕਾਸ ਹੋਇਆ ਸੀ ਉਹ ਕਿੱਥੇ ਹੋਇਆ ਸੀਗਾ, ਬੰਗਾਲ ਦੇ ਵਿੱਚ ਹੋਇਆ ਸੀ। ਕਿਉਂਕਿ ਜਿਹੜੇ ਬੰਗਾਲ ਦੇ ਲੋਕ ਸੀਗੇ ਜ਼ਿਆਦਾ ਪੜ੍ਹੇ ਲਿਖੇ ਸੀ। ਇਸ ਤੋਂ ਇਲਾਵਾ ਜੇਕਰ ਆਪਾਂ ਇਹ ਦੇਖੀਏ ਕਿ ਬੰਗਾਲ ਸੀਗਾ ਆਰਥਿਕ ਪੱਖੋਂ ਬਹੁਤ ਜ਼ਿਆਦਾ ਕੀ ਸੀਗਾ, ਖੁਸ਼ਹਾਲ ਸੀਗੇ। ਪੈਸੇ ਦੇ ਪੱਖੋਂ, ਖੇਤੀਬਾੜੀ ਦੇ ਪੱਖੋਂ, ਹਰ ਇੱਕ ਪੱਖੋਂ ਕੀ ਸੀ, ਬੰਗਾਲ ਭਾਵ ਖੁਸ਼ਹਾਲ ਸੀ ਪੂਰਾ। ਇਸੇ ਕਰਕੇ ਜਿਹੜੇ ਬੰਗਾਲ ਵਿੱਚੋਂ ਰਾਸ਼ਟਰੀ ਚੇਤਨਾ ਨੂੰ ਖਤਮ ਕਰਨ ਵਾਸਤੇ ਅੰਗਰੇਜ਼ਾਂ ਨੇ ਕੀ ਸੋਚਿਆ ਕਿ ਬੰਗਾਲ ਦੇ ਆਪਸ ਦੇ ਵਿੱਚ ਕੀ ਕਰ ਦਿੱਤੇ ਜਾਣ, ਦੋ ਟੋਟੇ ਕਰ ਦਈਏ, ਤਾਂ ਕੀ ਹੋ ਜੂ, ਜਿਹੜੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਕੀ ਪੈ ਜੂਗੀ, ਫੁੱਟ ਪੈ ਜੂਗੀ, ਠੀਕ ਹੈ ਜੀ। ਸੋ ਅੱਗੇ ਦੇਖੋ, ਕਹਿੰਦੇ ਉਸ ਸਮੇਂ ਬੰਗਾਲ ਕੋਈ ਛੋਟਾ ਹਿੱਸਾ ਨਹੀਂ ਸੀ, ਬਲਕਿ ਇਸ ਦੇ ਵਿੱਚ ਕੀ ਸੀਗਾ। ਹੁਣ ਦੇਖੋ, ਅੱਜ ਦਾ ਜਿਹੜਾ ਬੰਗਾਲ ਆਪਣੇ ਕੋਲ ਹੈ ਨਾ, ਉਹ ਇੱਕ ਬਹੁਤ ਛੋਟਾ ਹਿੱਸਾ ਹੈ। ਪਰ ਜੇਕਰ ਆਪਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ, ਭਾਵ ਬੰਗਾਲ ਨੂੰ ਵੰਡਣ ਤੋਂ ਪਹਿਲਾਂ ਦੀ ਗੱਲ ਕਰੀਏ, ਤਾਂ ਬੰਗਾਲ ਦੇ ਵਿੱਚ ਕਿਹੜੇ ਕਿਹੜੇ ਏਰੀਆ ਆ ਜਾਂਦੇ ਸੀ। ਹੁਣ ਦੇਖੋ, ਅੱਜ ਦਾ ਉੜੀਸਾ, ਅੱਜ ਦਾ ਬਿਹਾਰ, ਅੱਜ ਦਾ ਬਾਂਗਲਾਦੇਸ਼ ਅਤੇ ਅਸਾਮ। ਇਸ ਤੋਂ ਇਲਾਵਾ ਝਾਰਖੰਡ ਦਾ ਏਰੀਆ ਵੀ ਜਿਹੜਾ ਬੰਗਾਲ ਦੇ ਵਿੱਚ ਆ ਜਾਂਦਾ ਸੀ। ਹੁਣ ਤੁਸੀਂ ਦੇਖੋ, ਉੜੀਸਾ, ਬਿਹਾਰ, ਬਾਂਗਲਾਦੇਸ਼, ਅਸਾਮ ਅਤੇ ਝਾਰਖੰਡ, ਇਹ ਸਾਰਿਆਂ ਨੂੰ ਮਿਲਾ ਕੇ ਬੰਗਾਲ ਬਣਦਾ ਸੀਗਾ, ਠੀਕ ਹੈ ਜੀ। ਤਾਂ ਇਹ ਸਾਰਿਆਂ ਨੂੰ ਜਦੋਂ ਮਿਲਾ ਕੇ ਬੰਗਾਲ ਬਣਦਾ ਸੀ, ਤਾਂ ਜਿਹੜਾ ਬੰਗਾਲ ਵੰਡ ਦਾ ਜਿਹੜਾ ਇੱਕ ਮੇਨ ਕਾਰਨ ਅੰਗਰੇਜ਼ਾਂ ਨੇ ਦੱਸਿਆ ਨਾ ਕਿ ਅਸੀਂ ਬੰਗਾਲ ਨੂੰ ਕਿਉਂ ਵੰਡਣਾ ਚਾਹੁੰਦੇ ਹਾਂ, ਤਾਂ ਜਿਹੜਾ ਲਾਰਡ ਕਰਜ਼ਨ ਸੀ ਉਸਨੇ ਇਹ ਕਿਹਾ ਸੀ ਕਿ ਜਿਹੜਾ ਬੰਗਾਲ ਦਾ ਬਹੁਤ ਵੱਡਾ ਏਰੀਆ ਹੈ, ਕਿ ਬੰਗਾਲ ਕੀ ਹੈ, ਇੱਕ ਬਹੁਤ ਵੱਡਾ ਏਰੀਆ ਜਿਸ ਦਾ ਮੈਂ ਇਕੱਲਾ ਕੀ ਨਹੀਂ ਕਰ ਸਕਦਾ, ਸੰਚਾਲਨ ਨਹੀਂ ਸੰਭਾਲ ਸਕਦਾ, ਭਾਵ ਕਿਸੇ ਵੀ ਪੱਖੋਂ ਮੈਂ ਇਸ ਦਾ ਸੰਚਾਲਨ ਨਹੀਂ ਸੰਭਾਲ ਸਕਦਾ, ਕਿ ਜੇਕਰ ਇਸ ਦੇ ਮੈਂ ਦੋ ਟੁਕੜੇ ਕਰਦਾ ਤਾਂ ਕੀ ਹੋ ਜਾਊਗਾ, ਜਿਹੜਾ ਇਸ ਦਾ ਸੰਚਾਲਨ ਹੈ ਮੈਂ ਸਹੀ ਢੰਗ ਨਾਲ ਸੰਭਾਲ ਸਕਦਾ। ਮੇਰੇ ਖਿਆਲ ਨਾਲ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ। ਉਸ ਤੋਂ ਇਲਾਵਾ ਆਪਾਂ ਅੱਗੇ ਪੜ੍ਹਦੇ ਹਾਂ। ਲਾਰਡ ਕਰਜ਼ਨ ਨੇ ਕਹਿੰਦੇ 20 ਜੁਲਾਈ 1905 ਨੂੰ ਬੰਗਾਲ ਵੰਡ ਦੀ ਜਿਹੜੀ ਘੋਸ਼ਣਾ ਸੀ ਉਹ ਕਰ ਦਿੱਤੀ ਗਈ ਸੀ। ਪਰ ਜਿਹੜੀ 16 ਅਕਤੂਬਰ 1905 ਨੂੰ ਕੀ ਹੋਈ ਸੀ, ਇਹ ਗੱਲ ਪ੍ਰਭਾਵੀ ਹੋਈ ਸੀ। ਭਾਵ ਅਨਾਊਂਸਮੈਂਟ ਕਦੋਂ ਹੋਈ ਸੀ, 20 ਜੁਲਾਈ 1905 ਨੂੰ ਇਹਨਾਂ ਨੇ ਕੀ ਕਰ ਦਿੱਤੀ ਸੀ, ਬੰਗਾਲ ਨੂੰ ਵੰਡਣ ਦੀ ਘੋਸ਼ਣਾ ਕਰ ਦਿੱਤੀ ਸੀ ਲੋਕਾਂ ਦੇ ਵਿੱਚ। ਪਰ ਜਿਹੜੀ ਕਦੋਂ ਕੀਤੀ ਗਈ ਸੀ, 16 ਅਕਤੂਬਰ 1905 ਨੂੰ ਇਹਨਾਂ ਨੇ ਇਹ ਕਰਕੇ ਦਿਖਾਤਾ ਸੀਗਾ। ਉਸ ਤੋਂ ਇਲਾਵਾ ਕਹਿੰਦੇ ਬੰਗਾਲ ਦੇ ਵਿੱਚ ਸਭ ਤੋਂ ਪਹਿਲਾਂ ਰਾਸ਼ਟਰੀ ਚੇਤਨਾ ਦਾ ਵਿਕਾਸ ਹੋਇਆ, ਜਿਸ ਕਾਰਨ ਬੰਗਾਲ ਨੂੰ ਵੰਡਿਆ ਗਿਆ। ਕਿਉਂਕਿ ਇਹ ਅੰਗਰੇਜ਼ ਨਹੀਂ ਚਾਹੁੰਦੇ ਸੀ ਕਿ ਸਾਡੇ ਉੱਪਰ ਦੀ ਕੋਈ ਹੋਵੇ,
ਜਦੋਂ ਲੋਕਾਂ ਦੇ ਵਿੱਚ ਰਾਸ਼ਟਰੀ ਚੇਤਨਾ ਦਾ ਵਿਕਾਸ ਹੋਣ ਲੱਗਿਆ ਤਾਂ ਇਹਨਾਂ ਨੇ ਲੋਕਾਂ ਨੂੰ ਦਬਾਉਣ ਵਾਸਤੇ ਕੀ ਕਰਿਆ, ਉਸ ਇੱਕ ਏਰੀਏ ਨੂੰ ਕੀ ਕਰਦਾ, 2 ਭਾਗਾਂ ਦੇ ਵਿੱਚ ਡਿਵਾਈਡ ਕਰਤਾ। ਕਿਉਂਕਿ ਜਦੋਂ ਲੋਕ ਆਪਸ ਦੇ ਵਿੱਚ ਵੰਡੇ ਹੀ ਜਾਣਗੇ, ਜਦੋਂ ਘੱਟ ਜਨਸੰਖਿਆ ਰਹਿ ਜੂਗੀ ਤਾਂ ਕੀ ਹੋ ਜਾਊਗਾ, ਆਪਣੇ ਆਪ ਹੀ ਲੋਕ ਟਿਕ ਜਾਣਗੇ। ਇਹਨਾਂ ਦੇ ਇਹੀ ਜਿਹੜਾ ਮੈਥਡ ਇਹ ਮੰਨ ਕੇ ਚੱਲੇ ਨਹੀਂ। ਉਸ ਤੋਂ ਇਲਾਵਾ ਦੇਖੋ 7 ਅਗਸਤ 1905 ਨੂੰ ਕਹਿੰਦੇ ਲੋਕਾਂ ਨੇ ਵੰਗ ਭੰਗ ਭਾਵ ਬੰਗਾਲ ਦੀ ਵੰਡ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੁਣ ਦੇਖੋ 7 ਅਗਸਤ ਨੂੰ ਜਿਹੜੇ ਲੋਕਾਂ ਨੇ ਕਹਿੰਦੇ ਬੰਗਾਲ ਦਾ ਕੀ ਕਰਨਾ, ਜਿਹੜੇ ਬੰਗਾਲ ਵੰਡ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਭਾਵ ਲੋਕਾਂ ਨੇ ਕੀ ਕੀਤੇ, ਰੈਲੀਆਂ ਕੱਢੀਆਂ, ਮੁਜ਼ਾਹਰੇ ਕੀਤੇ ਅਤੇ ਬਾਈਕਾਟ ਅੰਦੋਲਨ ਵੀ ਸ਼ੁਰੂ ਕੀਤੇ। ਇਹਨਾਂ ਸਾਰੀ ਚੀਜ਼ਾਂ ਨੂੰ ਕਰਦੇ ਕਰਦੇ ਜਿਹੜਾ ਬਾਈਕਾਟ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ। ਬਾਈਕਾਟ ਦਾ ਅੰਦੋਲਨ ਕੀ ਹੁੰਦਾ ਕਿ ਅੰਗਰੇਜ਼ਾਂ ਦੀ ਜਿਹੜੀ ਕੋਈ ਵੀ ਚੀਜ਼ ਆਪਣੀ ਇੰਡੀਆ ਦੇ ਵਿੱਚ ਬਣਾ ਕੇ ਉਸ ਸਮੇਂ ਆ ਰਹੀ ਸੀ, ਜਾਂ ਜਿਹੜੀ ਉਹ ਆਪਣੀ ਕੰਪਨੀਆਂ ਥਰੂ ਆਪਾਂ ਨੂੰ ਵੇਚ ਰਹੇ ਸੀ, ਉਹਨਾਂ ਸਾਰੀਆਂ ਚੀਜ਼ਾਂ ਦਾ ਕੀ ਕਰ ਦਿੱਤਾ, ਜਿਹੜੇ ਭਾਰਤੀ ਲੋਕਾਂ ਨੇ ਬਾਈਕਾਟ ਕਰ ਦਿੱਤਾ ਕਿ ਨਾ ਹੀ ਆਪਾਂ ਇਹਨਾਂ ਦੀ ਕੋਈ ਚੀਜ਼ ਲੈ ਕੇ ਖਾਣੀ ਹੈ, ਨਾ ਹੀ ਕੋਈ ਖਰੀਦਣੀ ਹੈ। ਜੇਕਰ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਇਹਨਾਂ ਨੂੰ ਕੀ ਹੋਊਗੀ, ਆਰਥਿਕ ਪੱਖੋਂ ਹਾਨੀ ਹੋਊਗੀ। ਠੀਕ ਹੈ ਜੀ। ਤਾਂ ਉਹਨਾਂ ਨੇ ਕੀ ਕੀਤਾ ਸੀਗਾ, ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸਟਾਰਟ ਕੀਤਾ ਸੀ। ਹੁਣ ਸਵਦੇਸ਼ੀ ਦਾ ਮਤਲਬ ਦੇਖੋ ਕੀ ਹੁੰਦਾ ਹੈ। ਸਵਦੇਸ਼ੀ ਤੋਂ ਭਾਵ ਕੀ ਹੁੰਦਾ ਹੈ, ਸਵਦੇਸ਼ੀ ਤੋਂ ਭਾਵ ਹੈ ਆਪਣੇ ਦੇਸ਼ ਦੀਆਂ ਬਣੀਆਂ ਹੋਈਆਂ ਚੀਜ਼ਾਂ ਹੀ ਵਰਤਣੀਆਂ ਤੇ ਬਾਹਰੀ ਚੀਜ਼ਾਂ ਦਾ ਕੀ ਕਰਨਾ, ਬਾਈਕਾਟ ਕਰਨਾ। ਸਵਦੇਸ਼ੀ ਤੋਂ ਭਾਵ ਤੁਸੀਂ ਸਮਝ ਗਏ ਹੋਵੋਗੇ ਕਿ ਸਿਰਫ ਆਪਣੀ ਇੰਡੀਆ ਦੇ ਵਿੱਚ ਬਣੀਆਂ ਚੀਜ਼ਾਂ, ਭਾਵ ਕੱਪੜੇ, ਜੁੱਤੇ, ਖਾਣ ਪੀਣ ਦੀ ਚੀਜ਼ਾਂ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜੀ ਇੰਡੀਆ ਦੇ ਵਿੱਚ ਉਸ ਟਾਈਮ ਦੇ ਵਿੱਚ ਬਣੀਆਂ ਸੀ 1905 ਦੇ ਵਿੱਚ ਕਹਿ ਲਓ, ਭਾਵ ਆਜ਼ਾਦੀ ਦੇ ਟਾਈਮ ਤੋਂ ਪਹਿਲਾਂ ਦੀ ਗੱਲ ਹੈ। 1905 ਜਾਂ 1907 ਦੇ ਤਕਰੀਬਨ ਜਿਹੜੀ ਕੋਈ ਵੀ ਚੀਜ਼ਾਂ ਉਸ ਸਮੇਂ ਬਣੀਆਂ ਹੋਈਆਂ ਸੀ, ਉਹਨਾਂ ਸਾਰੀਆਂ ਚੀਜ਼ਾਂ ਦਾ ਹੀ ਕਿ ਆਪਣਾ ਦੇਸ਼ ਦੇ ਵਿੱਚ ਯੂਜ਼ ਕਰਨਾ ਅਤੇ ਅੰਗਰੇਜ਼ਾਂ ਨੇ ਸਾਰੀਆਂ ਚੀਜ਼ਾਂ ਦਾ ਕੀ ਕਰਨਾ, ਬਾਈਕਾਟ ਕਰਨਾ। ਬੰਗਾਲ ਵੰਡ ਕਾਰਨ ਕਹਿੰਦੇ ਭਾਰਤੀ ਜਨਤਾ ਨੇ ਸਵਦੇਸ਼ੀ ਅਤੇ ਬਾਈਕਾਟ ਜਿਹੜਾ ਅੰਦੋਲਨ ਸੀ ਉਹ ਸਟਾਰਟ ਕਰ ਦਿੱਤਾ। ਠੀਕ ਹੈ ਜੀ। ਇਸ ਅੰਦੋਲਨ ਦੀ ਅਗਵਾਈ ਹੁਣ ਕੌਣ ਕਰ ਰਹੀ ਸੀ, ਇਸ ਤੋਂ ਅੱਗੇ ਦੇਖੋ। ਜਿਹੜਾ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸਟਾਰਟ ਕੀਤਾ ਗਿਆ ਸੀ ਭਾਰਤੀ ਜਨਤਾ ਨੇ, ਇਸ ਅੰਦੋਲਨ ਦੀ ਜਿਹੜੀ ਅਗਵਾਈ ਸੀਗੀ ਉਹ ਉਗਰਵਾਦੀ ਨੇਤਾ ਕਰ ਰਹੇ ਸੀ। ਉਗਰਵਾਦੀ ਕਹਿ ਲਓ ਜਾਂ ਗਰਮ ਦਲ ਵਾਲੀ। ਮੈਂ ਤੁਹਾਨੂੰ ਦੱਸਿਆ ਸੀ ਨਾ ਕੱਲ, ਇੱਕ ਨਰਮ ਦਲ ਪਲੱਸ ਇੱਕ ਗਰਮ ਦਲ। ਹੁਣ ਜਿਹੜੇ ਗਰਮ ਦਲ ਵਾਲੇ ਸੀ ਉਹ ਸੀ ਸੁਰਿੰਦਰ ਨਾਥ ਬੈਨਰਜੀ, ਜਿਹੜੇ 3 ਨਾਮ ਨੇ ਤਾਂ ਫੇਮਸ ਨੇ, ਬਾਲ, ਪਾਲ ਤੇ ਲਾਲ। ਠੀਕ ਹੈ ਜੀ। ਸੁਰਿੰਦਰ ਨਾਥ ਬੈਨਰਜੀ, ਬਿਪਨ ਚੰਦਰ ਪਾਲ ਤੇ ਬਾਲ ਗੰਗਾਧਰ ਤਿਲਕ, ਇਹਨਾਂ ਨੇ ਕੀ ਕੀਤੀ, ਇਸ ਅੰਦੋਲਨ ਦੀ ਅਗਵਾਈ ਕੀਤੀ। ਬੰਗਾਲ ਵੰਡ ਦਾ ਕਹਿੰਦੇ ਵਿਰੋਧ ਪੂਰੇ ਭਾਰਤ ਦੇ ਵਿੱਚ ਕੀਤਾ ਗਿਆ ਤੇ ਥਾਂ ਥਾਂ ਉੱਪਰ ਸਵਦੇਸ਼ੀ ਬਾਈਕਾਟ ਕੀਤਾ ਗਿਆ। ਜਿਹੜੀ ਬੰਗਾਲ ਦੀ ਜਦੋਂ ਵੰਡ ਹੋਈ ਸੀ, ਇਸ ਦਾ ਜਿਹੜਾ ਵਿਰੋਧ ਸੀ ਇਹ ਨਹੀਂ ਸੀ ਕਿ ਇਕੱਲਾ ਸਿਰਫ ਬੰਗਾਲ ਦੇ ਲੋਕਾਂ ਨੇ ਹੀ ਕੀਤਾ, ਨਹੀਂ, ਇਸ ਦਾ ਜਿਹੜਾ ਵਿਰੋਧ ਸੀ ਪੂਰੇ ਇੰਡੀਆ ਦੇ ਲੈਵਲ 'ਤੇ ਕੀਤਾ ਗਿਆ। ਭਾਵ ਆਪਣੇ ਪੂਰੇ ਭਾਰਤ ਦੇ ਤੌਰ 'ਤੇ ਇਸ ਦਾ ਕੀ ਕੀਤਾ ਗਿਆ, ਵਿਰੋਧ ਕੀਤਾ ਗਿਆ ਅਤੇ ਪੂਰੇ ਭਾਰਤ ਦੇ ਲੋਕਾਂ ਨੇ ਸਵਦੇਸ਼ੀ ਬਾਈਕਾਟ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। 16 ਅਕਤੂਬਰ 1905 ਨੂੰ ਕਹਿੰਦੇ ਬੰਗਾਲ ਵੰਡ ਨੂੰ ਜਿਹੜਾ ਕਰ ਦਿੱਤਾ ਗਿਆ, ਭਾਵ ਇਸ ਕੰਮ ਨੂੰ ਕੀ ਕਰ ਦਿੱਤਾ ਗਿਆ, ਪੂਰਾ ਕਰ ਦਿੱਤਾ ਗਿਆ, ਬੰਗਾਲ ਨੂੰ ਵੰਡ ਕਰ ਦਿੱਤਾ ਗਿਆ। ਇਸ ਦਿਨ ਨੂੰ ਕਹਿੰਦੇ ਲੋਕਾਂ ਨੇ ਸ਼ੋਕ ਦਿਵਸ ਦੇ ਰੂਪ ਦੇ ਵਿੱਚ ਮਨਾਇਆ। ਭਾਵ ਸ਼ੋਕ ਤਾਂ ਤੁਸੀਂ ਸਮਝਦੇ ਹੋਵੋਗੇ, ਸ਼ੋਕ ਦੇ ਰੂਪ ਦੇ ਵਿੱਚ ਮਨਾਇਆ ਇਸ ਦਿਨ ਨੂੰ, ਜਿਸ ਦਿਨ ਬੰਗਾਲ ਨੂੰ ਵੰਡਿਆ ਗਿਆ। ਹਿੰਦੂ ਅਤੇ ਮੁਸਲਿਮ ਭਾਈਚਾਰੇ ਨੇ ਇੱਕ ਦੂਸਰੇ ਨੂੰ ਰੱਖੜੀਆਂ ਬੰਨ੍ਹੀਆਂ ਅਤੇ ਰਕਸ਼ਾ ਦਿਵਸ ਦੇ ਰੂਪ ਦੇ ਵਿੱਚ ਇਹ ਦਿਨ ਮਨਾਇਆ ਗਿਆ। ਭਾਵ ਉਹਨਾਂ ਨੇ ਇਹ ਮੰਨਿਆ ਕਿ ਹਿੰਦੂ ਅਤੇ ਮੁਸਲਿਮ ਕਦੇ ਵੀ ਅਲੱਗ ਨਹੀਂ ਹੋ ਸਕਦੇ, ਅਸੀਂ ਆਪਸ ਦੇ ਵਿੱਚ ਕੀ ਆ, ਭਾਈ ਭਾਈ ਆ। ਇੱਕ ਦੂਸਰੇ ਨੂੰ ਕੀ ਬੰਨ੍ਹਿਆ, ਉਹਨਾਂ ਨੇ ਰੱਖੜੀਆਂ ਬੰਨ੍ਹੀਆਂ ਅਤੇ ਰਕਸ਼ਾ ਦਿਵਸ ਦੇ ਰੂਪ ਦੇ ਵਿੱਚ ਇਹ ਦਿਨ ਮਨਾਇਆ ਗਿਆ। ਭਾਵ ਹਿੰਦੂ ਮੁਸਲਿਮ ਆਪਸ ਦੇ ਵਿੱਚ ਭਾਈ ਭਾਈ ਹਨ ਅਤੇ ਉਹ ਕਦੇ ਵੀ ਅਲੱਗ ਨਹੀਂ ਹੋ ਸਕਦੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਚੁੱਕੀ ਹਾਂ ਇਹ ਗੱਲ। ਬੰਗਾਲ ਦੇ 2 ਹਿੱਸੇ ਕੀਤੇ ਗਏ। ਹੁਣ ਦੇਖੋ, ਜੇਕਰ ਆਪਾਂ ਗੱਲ ਕਰੀਏ ਕਿ ਬੰਗਾਲ ਨੂੰ ਵੰਡਿਆ ਗਿਆ, ਹੁਣ ਕਈ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਬੰਗਾਲ ਵੰਡਿਆ ਕਿਵੇਂ ਗਿਆ ਸੀ ਅਤੇ ਕਿਹੜੇ-ਕਿਹੜੇ ਹਿੱਸੇ ਕੀਤੇ ਗਏ ਸੀ। ਬੰਗਾਲ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀਗਾ। ਇੱਕ ਸੀਗਾ ਪੱਛਮੀ ਬੰਗਾਲ, ਦੂਸਰਾ ਸੀ ਪੂਰਬੀ ਬੰਗਾਲ। ਹੁਣ ਦੇਖੋ ਪੱਛਮੀ ਬੰਗਾਲ ਦੇ ਵਿੱਚ ਕਿਹੜਾ ਸੀ, ਪੱਛਮੀ ਬੰਗਾਲ ਦੇ ਵਿੱਚ ਜਿਹੜੀ ਜਨਸੰਖਿਆ ਦੇ ਵਿੱਚ ਹੁਣ ਆਪਾਂ ਰਹਿੰਦੇ ਆ। ਠੀਕ ਹੈ ਜੀ। ਪੱਛਮੀ ਬੰਗਾਲ ਦੇ ਵਿੱਚ ਕਿਹੜੇ-ਕਿਹੜੇ ਆ ਗਏ, ਕਲਕੱਤਾ ਆ ਗਿਆ, ਬਿਹਾਰ, ਉੜੀਸਾ। ਹੁਣ ਦੇਖੋ ਇਹ ਗੱਲ ਮੈਂ ਤੁਹਾਨੂੰ ਬਾਅਦ 'ਚ ਸਮਝਾਉਣੀ ਹੈ। ਪੂਰਬੀ ਬੰਗਾਲ ਦੇ ਵਿੱਚ ਕਿਹੜੇ-ਕਿਹੜੇ ਆ ਗਏ, ਢਾਕਾ ਜਾਂ ਬੰਗਲਾਦੇਸ਼, ਜਿਹੜਾ ਆਪਣੇ ਤੋਂ ਅਲੱਗ ਹੀ ਹੋ ਗਿਆ, ਹੈ ਨਾ, ਉਹੀ ਚੀਜ਼ ਹੋ ਗਈ ਨਾ। ਹੁਣ ਪੂਰਬੀ ਬੰਗਾਲ ਦਾ ਆਪਣੇ ਤੋਂ ਅਲੱਗ ਹੀ ਹੈ ਅਤੇ ਪੱਛਮੀ ਬੰਗਾਲ ਕੀ ਆਪਣੇ ਵਿੱਚ ਹੈ ਇਸ ਟਾਈਮ। ਹੁਣ ਦੇਖੋ ਅੰਗਰੇਜ਼ਾਂ ਨੇ ਨਾ, ਬ੍ਰਿਟਿਸ਼ ਸਰਕਾਰ ਨੇ ਇੱਕ ਬੜੀ ਜਿਹੜੀ ਡੂੰਘੀ ਚਾਲ ਚੱਲੀ ਬੰਗਾਲ ਨੂੰ ਵੰਡਣ ਦੇ ਵਿੱਚ। ਇਹਨੇ ਜਿਹੜੀ ਇੱਕ ਪੂਰੀ ਜਿਹੜੀ ਡੂੰਘੀ ਸੋਚ ਅਤੇ ਪੂਰਾ ਜਿਹੜਾ ਮਾਈਂਡ ਲੱਗਿਆ। ਹੁਣ ਦੇਖੋ ਕਿਵੇਂ ਸੀ, ਜਿਹੜੀ ਕਿਸੇ ਨੂੰ ਵੀ ਸਮਝ ਦੇ ਵਿੱਚ ਨਹੀਂ ਆਇਆ। ਜਿਹੜੀ ਪੱਛਮੀ ਬੰਗਾਲ ਦੇ ਵਿੱਚ ਸੀ ਨਾ, ਉਹਦੇ ਵਿੱਚ ਹਿੰਦੂ ਜ਼ਿਆਦਾ ਸੀ, ਹਿੰਦੂਆਂ ਦੀ ਜਨਸੰਖਿਆ ਜ਼ਿਆਦਾ ਸੀ, ਅਤੇ ਪੂਰਬੀ ਬੰਗਾਲ ਦੇ ਵਿੱਚ ਮੁਸਲਿਮ ਜਨਸੰਖਿਆ ਜ਼ਿਆਦਾ ਸੀ। ਹੁਣ ਇਹ ਦੇਖੋ ਕਿਵੇਂ ਸੀ,
ਇਹ ਵੰਡਣ ਦਾ ਇਹ ਹਿਸਾਬ ਸੀਗਾ। ਜਿਹੜੀ ਬ੍ਰਿਟਿਸ਼ ਸਰਕਾਰ ਸੀ ਉਹ ਇਹ ਚਾਹੁੰਦੀ ਸੀ ਕਿ ਜੇਕਰ ਹਿੰਦੂ ਅਤੇ ਮੁਸਲਮਾਨਾਂ ਨੂੰ ਆਪਸ ਦੇ ਵਿੱਚ ਅਲੱਗ-ਅਲੱਗ ਕੀਤਾ ਜਾਵੇ ਤਾਂ ਅਸੀਂ ਇਹਨਾਂ ਦੋਵਾਂ ਨੂੰ ਇੱਕ ਦੂਸਰੇ ਦੇ ਪ੍ਰਤੀ ਕੀ ਕਰ ਸਕਦੇ ਹਾਂ, ਭੜਕਾ ਸਕਦੇ ਹਾਂ। ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਨਾ ਕਿ ਜਿਵੇਂ ਅੰਗਰੇਜ਼ਾਂ ਨੇ ਕਾਂਗਰਸ ਦੇ ਵਿੱਚ ਇੱਕ ਮੁਸਲਿਮ ਲੀਗ ਨੂੰ ਸਥਾਪਿਤ ਕੀਤਾ ਸੀਗਾ, ਠੀਕ ਹੈ, ਉਹ ਵੀ ਤਾਂ ਹੋਇਆ ਸੀ ਨਾ ਕਿ ਜਿਹੜੇ ਹਿੰਦੂ ਸੀ ਉਹ ਮੁਸਲਮਾਨਾਂ ਤੋਂ ਅਲੱਗ ਕਰ ਦਿੱਤੇ ਉਹਨਾਂ ਨੇ। ਮੁਸਲਿਮ ਲੀਗ ਜਦੋਂ ਬਣ ਗਈ ਉਹਨਾਂ ਦੇ ਮਾਈਂਡ ਫਰੈਸ਼ ਹੋ ਗਈ, ਮਾਈਂਡ ਵਾਸ਼ ਕਰ ਦਿੱਤਾ ਉਹਨਾਂ ਦਾ, ਠੀਕ ਹੈ ਜੀ। ਮੁਸਲਿਮ ਲੀਗ ਤਾਂ ਹੀ ਬਣੀ ਸੀ ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਉਹ ਭਰੀ ਗਏ ਕਿ ਜੇਕਰ ਤੁਸੀਂ ਕਾਂਗਰਸ ਦੇ ਵਿੱਚ ਰਹੋਗੇ ਹਿੰਦੂ ਸਿਰਫ ਆਪਣਾ ਭਲਾ ਚਾਹਣਗੇ, ਮੁਸਲਮਾਨਾਂ ਦਾ ਕਦੇ ਕੁਛ ਨਹੀਂ ਬਣ ਸਕਦਾ। ਹੁਣ ਇਸੇ ਤਰ੍ਹਾਂ ਪੂਰਬੀ ਅਤੇ ਪੱਛਮੀ ਬੰਗਾਲ ਵੰਡਣ ਦੇ ਵਿੱਚ ਵੀ ਇਹਨਾਂ ਦੇ ਇਹੀ ਸੀਗਾ ਕਿ ਜੇਕਰ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਵੇ ਤਾਂ ਸਾਡਾ ਇਹ ਭਾਵ ਕੁਛ ਨਹੀਂ ਕਰ ਸਕਦੇ ਅਤੇ ਇੰਡੀਆ ਨੂੰ ਕਦੇ ਵੀ ਆਜ਼ਾਦੀ ਨਹੀਂ ਦਿਵਾ ਸਕਦੇ। ਹੁਣ ਦੇਖੋ ਬੰਗਾਲ ਵੰਡ ਦਾ ਜਿਹੜਾ ਇੱਕ ਮੁੱਖ ਕਾਰਨ ਇਹ ਮੰਨਿਆ ਜਾਂਦਾ ਕਿ ਹਿੰਦੂ ਅਤੇ ਮੁਸਲਮਾਨਾਂ ਨੂੰ ਆਪਸ ਦੇ ਵਿੱਚ ਵੰਡਣਾ ਭਾਵ ਇੱਕ ਤਰ੍ਹਾਂ ਦਾ ਤੋੜਨਾ ਹੀ ਸੀਗਾ, ਠੀਕ ਹੈ ਜੀ। ਹੁਣ ਇਹਦੇ ਵਿੱਚ ਦੇਖੋ ਕਲਕੱਤਾ, ਬਿਹਾਰ ਅਤੇ ਉੜੀਸਾ ਦੇ ਵਿੱਚ ਜ਼ਿਆਦਾ ਲੋਕ ਕਿਹੜੇ ਸੀ, ਹਿੰਦੂ ਸੀਗੇ, ਇੱਧਰ ਮੁਸਲਮਾਨ ਘੱਟ ਸੀ। ਤਾਂ ਢਾਕਾ ਦੇ ਵਿੱਚ ਕਿਹੜੇ ਜਿਹੜੇ ਬੰਗਲਾਦੇਸ਼ ਕਹਿ ਲਓ, ਪੂਰਬੀ ਬੰਗਾਲ ਦੇ ਵਿੱਚ ਇੱਧਰ ਮੁਸਲਮਾਨੀ ਜਿਹੜੀ ਭਾਈਚਾਰਾ ਸੀ ਉਹ ਜ਼ਿਆਦਾ ਸੀ ਅਤੇ ਇਹਦੇ ਵਿੱਚ ਹਿੰਦੂ ਘੱਟ ਸੀਗੇ। ਉਸ ਤੋਂ ਬਾਅਦ ਦੇਖੋ 1906 ਦੇ ਵਿੱਚ ਕਹਿੰਦੇ ਦਾਦਾ ਭਾਈ ਨਰੋਜੀ ਦੀ ਅਗਵਾਈ ਦੇ ਹੇਠ ਕਾਂਗਰਸ ਦੇ ਕਲਕੱਤਾ ਅਧਿਵੇਸ਼ਨ ਦੇ ਵਿੱਚ ਕਾਂਗਰਸ ਨੇ ਸਵਰਾਜ ਦੀ ਮੰਗ ਕੀਤੀ। 1906 ਦਾ ਜਦੋਂ ਅਧਿਵੇਸ਼ਨ ਹੋਇਆ ਕਿਸ ਦੀ ਅਗਵਾਈ ਦੇ ਵਿੱਚ, ਦਾਦਾ ਭਾਈ ਨਰੋਜੀ ਦੀ ਅਗਵਾਈ ਦੇ ਵਿੱਚ, ਤਾਂ ਕਾਂਗਰਸ ਨੇ ਕਲਕੱਤਾ ਅਧਿਵੇਸ਼ਨ ਦੇ ਵਿੱਚ ਕਾਂਗਰਸ ਨੇ ਸਵਰਾਜ ਦੀ ਮੰਗ ਕੀਤੀ। ਹੁਣ ਇੱਥੇ ਉੱਪਰ ਦੇਖੋ ਇੱਕ ਚੀਜ਼ ਰਹਿ ਗਈ ਇਸ ਦੇ ਵਿੱਚ, ਜਿਹੜੇ ਆਪਣੇ ਇੰਡੀਆ ਦੀ ਜਦੋਂ ਵੰਡ ਹੋਈ ਆਜ਼ਾਦੀ ਮਿਲੀ ਹੈ ਨਾ ਆਪਣੇ ਭਾਰਤ ਨੂੰ 1947 ਦੇ ਵਿੱਚ, ਹੈ ਨਾ, 15 ਅਗਸਤ 1947 ਦੇ ਵਿੱਚ। ਹੁਣ ਜੇਕਰ ਆਪਾਂ ਇੱਥੇ ਮੰਨੀਏ ਨਾ, ਹੁਣ ਕਈ ਬੱਚੇ ਇੱਥੇ ਇਹ ਚੀਜ਼ ਨੂੰ ਸੋਚ ਨਹੀਂ ਪਾਉਂਦੇ, ਪੱਛਮੀ ਬੰਗਾਲ ਅਤੇ ਪੂਰਬੀ ਬੰਗਾਲ ਜਦੋਂ ਵੰਡਿਆ ਗਿਆ ਨਾ ਆਪਣੀ ਇੰਡੀਆ ਦਾ, ਜਿਹੜਾ ਬੰਗਾਲ ਦਾ ਹਿੱਸਾ ਵੰਡਿਆ ਗਿਆ, ਜਿਹੜਾ ਇੱਕ ਆਪਣੇ ਤੋਂ ਭਾਰਤ ਤੋਂ ਇੱਕ ਹਿੱਸਾ ਅਲੱਗ ਹੋ ਗਿਆ ਪਾਕਿਸਤਾਨ ਦਾ, ਉਸ ਦੇ ਜਿਹੜੇ ਬੀਜ ਸੀਗੇ ਅੰਗਰੇਜ਼ਾਂ ਨੇ ਇੱਥੇ ਹੀ ਬੋਤੇ ਸੀ, ਇੱਥੇ ਹੀ ਬੀਜੇ ਗਏ ਸੀ। ਕਿਉਂਕਿ ਜਿਹੜੇ ਕਲਕੱਤਾ, ਬਿਹਾਰ ਅਤੇ ਉੜੀਸਾ ਦੇ ਵਿੱਚ ਹਿੰਦੂ ਹੋ ਗਏ, ਪੂਰਬੀ ਬੰਗਾਲ ਦੇ ਵਿੱਚ ਕੀ ਹੋ ਗਏ, ਮੁਸਲਮਾਨ ਹੋ ਗਏ। ਤਾਂ ਇਹਨਾਂ ਨੇ ਇੰਨਾ ਜ਼ਿਆਦਾ ਮਾਈਂਡ ਫਰੈਸ਼ ਵਾਸ਼ ਕਰਤਾ ਮੁਸਲਮਾਨਾਂ ਦੇ ਕਿ ਉਹਨਾਂ ਨੂੰ ਅਲੱਗ ਹੋਣ 'ਤੇ ਇੰਨਾ ਜ਼ਿਆਦਾ ਮਜਬੂਰ ਕੀਤਾ, ਇੰਨਾ ਜ਼ਿਆਦਾ ਉਹਨਾਂ ਨੂੰ ਆਪਾਂ ਕਹਿ ਸਕਦੇ ਕਿ ਇੰਨਾ ਜ਼ਿਆਦਾ ਗੱਲਾਂ ਕਰਕੇ ਉਹਨਾਂ ਨੂੰ ਭਰਿਆ ਕਿ ਉਹ ਆਪਣੇ ਏਰੀਏ ਨੂੰ ਲੈ ਕੇ ਹੀ ਅਲੱਗ ਹੋਣ ਦੀ ਸੋਚ ਬੈਠੇ। ਜਿਵੇਂ ਇੱਕ ਮੁਸਲਿਮ ਲੀਗ ਉਹਨਾਂ ਨੇ ਅਲੱਗ ਬਣਾ ਲਈ, ਤਾਂ ਇਸੇ ਤਰ੍ਹਾਂ ਇਸੇ ਹੀ ਥਾਂ ਦੇ ਉੱਪਰ ਬ੍ਰਿਟਿਸ਼ ਸਰਕਾਰ ਨੇ ਮੁਸਲਮਾਨਾਂ ਨੂੰ ਇਸ ਤਰ੍ਹਾਂ ਦੀ ਪੱਟੀ ਪੜ੍ਹਾਈ ਕਿ ਉਹ ਆਪਣੇ ਇੱਕ ਰਾਜ ਦੀ ਮੰਗ ਨੂੰ ਲੈ ਕੇ ਹੀ ਖੜੇ ਹੋ ਗਏ। ਇੱਥੇ ਹੀ ਜਿਹੜੇ ਬੀਜ ਸੀ ਉਹ ਬੋਏ ਗਏ ਸੀ, ਕਿਸ ਚੀਜ਼ ਦੇ, ਪਾਕਿਸਤਾਨ ਦੀ। ਜੇਕਰ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਆਪਣੇ ਇੰਡੀਆ ਦਾ ਵੀ ਵੰਡ ਹੋਈ ਹੈ, ਇੰਡੀਆ ਦੀ ਵੀ ਵੰਡ ਹੋਈ ਹੈ ਤਾਂ ਉਹ ਕਿੱਥੇ, ਜੇਕਰ ਆਪਾਂ ਨਹੀਂ ਦੇਖੀਏ ਕਿੱਥੇ ਰੱਖੀ ਗਈ ਸੀ, ਤਾਂ ਉਹ ਬੰਗਾਲ ਦੀ ਵੰਡ ਦੇ ਸਮੇਂ ਹੀ ਰੱਖੀ ਗਈ ਸੀ, ਜਿਹੜੀ ਇੱਕ ਆਪਾਂ ਕਹਿ ਸਕਦੇ ਸੁਲਗਦੀ ਕਿੱਥੇ ਆ ਕੇ ਫੁੱਟੀ ਹੈ 1947 ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ 1906 ਦੇ ਵਿੱਚ ਸਲੀਮ ਉੱਲਾ ਅਤੇ ਆਗਾ ਖਾਨ ਦੀ ਅਗਵਾਈ ਦੇ ਹੇਠ ਢਾਕਾ ਵਿਖੇ ਮੁਸਲਿਮ ਲੀਗ ਦੀ ਸਥਾਪਨਾ ਹੋਈ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਨਾ ਕਿ ਜਿਹੜੀ ਮੁਸਲਿਮ ਲੀਗ ਦੀ ਸਥਾਪਨਾ ਹੋਈ ਸੀ, ਤਾਂ ਇਹਨਾਂ ਨੇ ਢਾਕਾ ਵਿਖੇ ਆ ਕੇ ਕਾਂਗਰਸ ਤੋਂ ਕੀ ਕਰ ਲਿਆ, ਸੰਨਿਆਸੀ ਲੈ ਲਿਆ ਇੱਕ ਕਿਸਮ ਦਾ। ਤਾਂ ਇਹਨਾਂ ਨੇ ਕੀ ਕਰ ਲਿਆ, ਆਪਣੀ ਇੱਕ ਅਲੱਗ ਜਿਹੜੀ ਯੂਨਿਟੀ ਬਣਾਈ, ਜਿਹੜੀ ਕਿ ਕਿਸ ਚੀਜ਼ 'ਤੇ ਕੰਮ ਕਰਦੀ ਸੀ, ਮੁਸਲਿਮ ਲੀਗ 'ਤੇ ਕੰਮ ਕਰਦੀ ਸੀ, ਠੀਕ ਹੈ ਜੀ। ਮੰਨਿਆ ਕਿ ਕਾਂਗਰਸ ਦੇ ਵਿੱਚ ਇਹ ਬਹਿੰਦੇ ਸੀ, ਪਰ ਇਹਨਾਂ ਨੇ ਆਪਣੀ ਇੱਕ ਅਲੱਗ ਯੂਨਿਟੀ ਹੀ ਬਣਾ ਲਈ। ਉਸ ਤੋਂ ਬਾਅਦ ਦੇਖੋ ਮੁਸਲਿਮ ਲੀਗ ਦੇ ਕਹਿੰਦੇ ਪਹਿਲੇ ਅਧਿਵੇਸ਼ਨ ਵਕਾਰ ਉਲ ਮੁਲਕ ਅਤੇ ਮੁਸ਼ਤਾਕ ਹੁਸੈਨ ਸੀ। ਜਿਹੜੀ ਮੁਸਲਿਮ ਲੀਗ ਦੀ ਪਹਿਲਾ ਅਧਿਵੇਸ਼ਨ ਹੋਇਆ ਤਾਂ ਉਹਦੇ ਪਹਿਲੇ ਅਧਿਵੇਸ਼ਨ ਦੇ ਅਧਿਅਕਸ਼ ਕਿਹੜੇ ਬਣੇ ਨੇ, ਵਕਾਰ ਉਲ ਮੁਲਕ ਅਤੇ ਮੁਸ਼ਤਾਕ ਹੁਸੈਨ। ਇਹ ਕਾਫੀ ਵਾਰ ਕੁਐਸਚਨਾਂ ਦੇ ਵਿੱਚ ਪੁੱਛਿਆ ਜਾਂਦਾ। ਨਵਾਬ ਸਲੀਮ ਉੱਲਾ ਖਾਨ ਇਸ ਦੇ ਸੰਸਥਾਪਕ ਸੀ, ਅਤੇ ਜੇਕਰ ਆਪਾਂ ਮੰਨੀਏ ਸਥਾਪਨਾ ਕਿਸ ਨੇ ਕੀਤੀ ਸੀ ਇਸ ਦੀ, ਤਾਂ ਉਹ ਸੀ ਨਵਾਬ ਸਲੀਮ ਉੱਲਾ ਖਾਨ ਇਸ ਦੇ ਸੰਸਥਾਪਕ ਮੰਨੇ ਜਾਂਦੇ ਨੇ। ਉਸ ਤੋਂ ਬਾਅਦ ਦੇਖੋ ਕਾਂਗਰਸ ਦੇ ਵਿੱਚ ਵਿਭਾਜਨ। ਹੁਣ ਜੇਕਰ ਆਪਾਂ ਕੱਲ੍ਹ ਗੱਲ ਕੀਤੀ ਸੀ 1885 ਦੇ ਵਿੱਚ ਕਾਂਗਰਸ ਦੀ ਕੀ ਹੋਈ ਸੀ, ਸਥਾਪਨਾ ਹੋਈ ਸੀ, ਜਿਸ ਦੇ ਵਿੱਚ ਕੀ ਸੀ, ਨਰਮ ਦਲ ਅਤੇ ਇੱਕ ਗਰਮ ਦਲ, ਦੋ ਧੜੇ ਬਣੇ ਸੀ। ਹੁਣ ਇਹਨਾਂ ਦੇ ਵਿੱਚ ਅੱਗੇ ਵੀ ਆ ਕੇ ਇੱਕ ਫੁੱਟ ਪਊਗੀ। ਹੁਣ ਦੇਖੋ 1907 ਦੇ ਵਿੱਚ ਕਹਿੰਦੇ ਕਾਂਗਰਸ ਦਾ ਜਿਹੜਾ ਵਾਰਸ਼ਿਕ ਅਧਿਵੇਸ਼ਨ ਸੀਗਾ ਉਹ ਸੂਰਤ ਦੇ ਵਿੱਚ ਕੀਤਾ ਗਿਆ। ਵਾਰਸ਼ਿਕ ਤਾਂ ਤੁਸੀਂ ਸਮਝਦੇ ਹੋਵੋਗੇ, ਵਾਰਸ਼ਿਕ ਅਧਿਵੇਸ਼ਨ ਸੀ ਜਿਹੜਾ ਸੂਰਤ ਦੇ ਵਿੱਚ ਕੀਤਾ ਗਿਆ 1907 ਦੇ ਵਿੱਚ। ਇਸ ਅਧਿਵੇਸ਼ਨ ਦੇ ਵਿੱਚ ਕਹਿੰਦੇ ਕਾਂਗਰਸ ਦੇ ਉਦਾਰਵਾਦੀ ਅਤੇ ਉਗਰਵਾਦੀ ਗਰਮ ਨੇਤਾਵਾਂ ਨੇ ਆਪਸ ਦੇ ਵਿੱਚ ਕੀ ਹੋ ਗਏ ਸੀ, ਮਤਭੇਦ ਹੋ ਗਏ ਸੀ। ਹੁਣ ਇਹ ਵੀ ਦੇਖੋ ਆਪਸ ਦੇ ਵਿੱਚ ਮਤਭੇਦ ਕਿਉਂ ਹੋਏ। ਇਸ ਮਤਭੇਦ ਦੇ ਨਤੀਜੇ ਕਹਿੰਦੇ ਕਾਂਗਰਸ ਦੇ ਵਿੱਚੋਂ ਉਗਰਵਾਦੀ ਨੇਤਾ ਅਲੱਗ ਹੋ ਗਏ। ਜਿਹੜੇ ਮਤਭੇਦ ਕਹਿੰਦੇ ਇੱਥੋਂ ਤੱਕ ਵਧੇ ਸੀਗੇ, ਜਿਹਦੇ ਵਿੱਚੋਂ ਕੀ ਹੋ ਗਏ ਸੀ, ਜਿਹੜੇ ਗਰਮ ਦਲ ਵਾਲੇ ਨੇਤਾ ਸੀ ਕਾਂਗਰਸ ਦੇ ਵਿੱਚੋਂ ਉਹ ਅਲੱਗ ਹੀ ਹੋ ਗਏ ਸੀਗੇ।
ਹੁਣ ਦੇਖੋ ਅਲੱਗ ਹੋਣ ਦੇ ਕਾਰਨ ਕੀ ਸੀ। 1907 ਦੇ ਵਿੱਚ ਕਹਿੰਦੇ ਸੂਰਤ ਦੇ ਵਿੱਚ ਅਧਿਵੇਸ਼ਨ ਦੇ ਵਿੱਚ ਦੋਵਾਂ ਧਿਰਾਂ ਦੇ ਵਿਚਕਾਰ ਕੀ ਹੋ ਗਿਆ ਸੀ, ਨਰਮ ਦਲ ਪਲੱਸ ਗਰਮ ਦਲ ਦੇ ਨੇਤਾਵਾਂ ਦੇ ਵਿੱਚ ਪ੍ਰਧਾਨ ਚੁਣਨ ਦੇ ਸੰਬੰਧੀ ਕੀ ਹੋ ਗਏ ਸੀ, ਝਗੜਾ ਹੋ ਗਿਆ ਸੀ। ਮੇਨ ਕਾਰਨ ਕੀ ਸੀਗਾ, ਗਰਮ ਦਲ ਵਾਲੇ ਕੀ ਕਹਿੰਦੇ ਸੀਗੇ ਕਿ ਜਿਹੜਾ ਸੂਰਤ ਦੇ ਵਿੱਚ ਅਧਿਵੇਸ਼ਨ ਹੋਵੇਗਾ ਤਾਂ ਉੱਥੇ ਕੀ ਹੋਵੇ, ਸਾਡਾ ਪ੍ਰਧਾਨ ਹੋਵੇ। ਪਰ ਜਿਹੜੇ ਨਰਮ ਦਲ ਵਾਲੇ ਸੀ ਉਹ ਕੀ ਚਾਹੁੰਦੇ ਸੀਗੇ ਕਿ ਜਿਹੜਾ ਸੂਰਤ ਦੇ ਵਿੱਚ ਅਧਿਵੇਸ਼ਨ ਹੋ ਰਿਹਾ ਉੱਥੇ ਕੀ ਹੋਵੇ, ਸਾਡਾ ਪ੍ਰਧਾਨ ਹੋਵੇ। ਇਸ ਚੀਜ਼ ਨੂੰ ਹੀ ਲੈ ਕੇ ਕੀ ਹੋ ਗਿਆ ਸੀ, ਇਹਨਾਂ ਦੋਵਾਂ ਧਿਰਾਂ ਦੇ ਵਿਚਕਾਰ ਝਗੜਾ ਹੋ ਗਿਆ ਸੀ। ਨਰਮ ਦਲ ਵਾਲੇ ਕਿਹਨੂੰ ਨੇਤਾ ਬਣਾਉਣਾ ਚਾਹੁੰਦੇ ਸੀ, ਜਿਹੜੇ ਨਰਮ ਦਲ ਵਾਲੇ ਸੀਗੇ ਉਹ ਰਾਸ ਬਿਹਾਰੀ ਬੋਸ ਨੂੰ ਆਪਣਾ ਨੇਤਾ ਚੁਣਨਾ ਚਾਹੁੰਦੇ ਸੀ। ਪਰ ਜਿਹੜੇ ਗਰਮ ਦਲ ਵਾਲੇ ਸੀ ਉਹ ਕਿਸ ਨੂੰ ਆਪਣਾ ਨੇਤਾ ਬਣਾਉਣਾ ਚਾਹੁੰਦੇ ਸੀ, ਜਿਹੜੇ ਗਰਮ ਦਲ ਵਾਲੇ ਸੀ ਉਹ ਲਾਲਾ ਲਾਜਪਤ ਰਾਏ ਨੂੰ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ। ਇਸੇ ਚੀਜ਼ ਨੂੰ ਲੈ ਕੇ ਕਾਂਗਰਸ ਦੇ ਵਿੱਚ ਕੀ ਹੋ ਗਈ ਸੀ, ਫੁੱਟ ਪੈ ਗਈ ਸੀ 1907 ਦੇ ਵਿੱਚ। ਇਸ ਚੀਜ਼ ਨੂੰ ਯਾਦ ਰੱਖਣਾ, ਬਹੁਤ ਵਾਰ ਕੁਐਸਚਨ ਹੋਇਆ ਪੇਪਰ ਦੇ ਵਿੱਚ ਇਹ। ਤੇ ਇਸ ਕਾਰਨ ਜਿਹੜੇ ਦੋਵੇਂ ਧਿਰ ਸੀ ਆਪਸ ਦੇ ਵਿੱਚ ਕੀ ਹੋ ਗਈ ਸੀ, ਵੱਖ ਹੋ ਗਈ ਸੀ ਦੋਵੇਂ ਦਲ। ਦੁਬਾਰਾ 1916 ਦੇ ਵਿੱਚ ਜਾ ਕੇ ਕਾਂਗਰਸ ਦੇ ਦੋਹਾਂ ਦਲਾਂ ਦੇ ਵਿਚਕਾਰ ਕੀ ਹੋ ਗਏ ਸੀ, ਦੁਬਾਰਾ ਸਮਝੌਤਾ ਹੋ ਗਿਆ ਸੀਗਾ। ਠੀਕ ਹੈ ਜੀ, 1916 ਦੇ ਵਿੱਚ ਇਹ ਦੁਬਾਰਾ ਮਿਲ ਗਈ ਸੀ। 1907 ਦੇ ਵਿੱਚ ਕੀ ਹੋਇਆ ਸੀ, ਇਹਨਾਂ ਦੀ ਆਪਸ ਦੇ ਵਿੱਚ ਫੁੱਟ ਪੈ ਗਈ ਸੀ। ਤਕਰੀਬਨ 9 ਸਾਲਾਂ ਬਾਅਦ ਜਾ ਕੇ ਕੀ ਹੋਈ ਸੀ, ਇਹ ਆਪਸ ਦੇ ਵਿੱਚ ਮਿਲ ਗਈ ਸੀਗੇ। ਸੋ ਇਸੇ ਨਾਲ ਜੀ ਆਪਣੀ ਕਲਾਸ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਨੂੰ ਕਰਾਂਗੇ ਇੱਕ ਆਪਾਂ ਨਵਾਂ ਟੌਪਿਕ। ਠੀਕ ਹੈ ਜੀ, ਕਾਂਗਰਸ ਦੇ ਜਿਹੜੇ ਆਪਸ ਦੇ ਵਿੱਚ ਮੇਲ ਜੋਲ ਹੋਊਗਾ ਇਹਨਾਂ ਦਾ ਗਰਮ ਦਲ ਤੇ ਨਰਮ ਦਲ ਵਾਲਿਆਂ ਦਾ। ਕਿਉਂਕਿ ਜਿਹੜੇ ਗਰਮ ਦਲ ਵਾਲੇ ਸੀ ਨਾ, ਮੰਨਿਆ ਕਿ ਗਰਮ ਦਲ ਦੇ ਵਿੱਚ ਗਰਮ ਖੂਨ ਸੀਗਾ, ਉਹ ਜਿਹੜੀ ਦੇਸ਼ ਨੂੰ ਆਜ਼ਾਦੀ ਤਾਂ ਦਿਵਾਉਣਾ ਚਾਹੁੰਦੇ ਸੀ। ਪਰ ਜਿਹੜੇ ਆਪਾਂ ਇਹ ਮੰਨ ਕੇ ਚੱਲੀਏ ਕਿ ਉਹਨਾਂ ਦਾ ਰਵੱਈਆ ਕੀ ਸੀਗਾ, ਉਹ ਸਰਕਾਰ ਤੋਂ ਜਿਹੜੇ ਨਰਮ ਦਲ ਵਾਲੇ ਸੀ ਉਹਨਾਂ ਦੀ ਤਰ੍ਹਾਂ ਕੀ ਨਹੀਂ ਕਰਨਾ ਚਾਹੁੰਦੇ ਸੀ, ਚਿੱਠੀਆਂ ਜਾਂ ਮੁਜ਼ਾਹਰਿਆਂ ਰਾਹੀਂ ਆਪਣਾ ਜਿਹੜਾ ਰੋਸ ਸੀਗਾ ਜਾਂ ਜਿਹੜੀ ਆਪਣੀ ਪ੍ਰਾਰਥਨਾਵਾਂ ਸੀ ਉਹ ਮਨਵਾਉਣਾ ਨਹੀਂ ਚਾਹੁੰਦੇ ਸੀਗੇ। ਬਲਕਿ ਉਹ ਕੀ ਚਾਹੁੰਦੇ ਸੀ ਕਿ ਜੇਕਰ ਇੰਡੀਆ ਸਾਡਾ ਦੇਸ਼ ਹੈ ਤਾਂ ਅੰਗਰੇਜ਼ਾਂ ਦਾ ਇਸ ਉੱਪਰ ਕੋਈ ਹੱਕ ਨਹੀਂ ਹੈਗਾ ਤੇ ਇਹਨਾਂ ਨੂੰ ਜਿਹੜਾ ਸਾਡਾ ਦੇਸ਼ ਆ ਉਹ ਛੱਡਣਾ ਪਵੇਗਾ। ਕਿ ਅਸੀਂ ਕਿਉਂ ਇਹਨਾਂ ਅੱਗੇ ਜਿਹੜੇ ਪੈਰੀ ਡਿੱਗੀਏ ਜਾਂ ਕਿਉਂ ਇਹਨਾਂ ਅੱਗੇ ਅਸੀਂ ਤਰਲੇ ਕਰੀਏ, ਜਿਹੜੇ ਗਰਮ ਦਲ ਵਾਲੇ ਇਹ ਚਾਹੁੰਦੇ ਸੀਗੇ। ਤਾਂ ਕੀ ਹੋ ਜਾਊਗਾ, ਗਰਮ ਦਲ ਵਾਲਿਆਂ ਕੋਲ ਆਪਾਂ ਕਹਿ ਲਈਏ ਦਿਮਾਗ ਵੀ ਸੀਗਾ, ਖੂਨ ਗਰਮ ਵੀ ਸੀਗਾ, ਹਰ ਇੱਕ ਚੀਜ਼ ਸੀ। ਪਰ ਇਹਨਾਂ ਲੋਕ ਕੋਲ ਕੀ ਨਹੀਂ ਸੀਗਾ, ਪੈਸਾ ਨਹੀਂ ਸੀਗਾ, ਧਨ ਦੀ ਕਮੀ ਸੀ ਪਾਰਟੀ ਨੂੰ ਚਲਾਉਣ ਵਾਸਤੇ। ਪਰ ਜਿਹੜੇ ਨਰਮ ਦਲ ਵਾਲੇ ਸੀ ਉਹਨਾਂ ਕੋਲ ਕੀ ਸੀਗਾ, ਪੈਸਾ ਜ਼ਿਆਦਾ ਸੀ, ਕਿਉਂਕਿ ਕਾਂਗਰਸ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ। ਤਾਂ ਜਿਹੜੇ ਇਹ ਦੋਵੇਂ ਦਲ ਨੇ 1916 ਦੇ ਵਿੱਚ ਆ ਕੇ ਦੁਬਾਰਾ ਜੁੜਨਗੇ ਫਿਰ ਦੁਬਾਰਾ। ਅਤੇ ਕੱਲ੍ਹ ਨੂੰ ਆਪਾਂ ਕਰਾਂਗੇ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਜੁੜਨਗੇ। ਸੋ ਥੈਂਕ ਯੂ। ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਨਾ, ਵੱਧ ਤੋਂ ਵੱਧ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਇੱਕ ਦੂਸਰੇ ਨੂੰ ਤੁਸੀਂ ਆਪਸ ਦੇ ਵਿੱਚ ਵੀਡੀਓ ਸ਼ੇਅਰ ਕਰ ਸਕਦੇ ਹੋ ਜੇਕਰ ਪਸੰਦ ਆਈ ਤਾਂ। ਸੋ ਥੈਂਕ ਯੂ, ਮਿਲਦੇ ਕੱਲ੍ਹ ਨੂੰ। ਟੇਕ ਕੇਅਰ।